ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ। ਮਾਰੂ ਮਹੱਲਾ ਤੀਜਾ। ਆਪੇ ਆਪ ਉਪਾਏ ਉਪੰਨਾ, ਸਭ ਮਹਿ ਵਰਤੈ ਏਕ ਪ੍ਰਛੰਨਾ। ਫਰਮਾਨ ਕਰ ਰਹੇ ਹਨ ਸਤਿਗੁਰੂ ਪਾਤਸ਼ਾਹ ਕਿ हे ਭਾਈ, ਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ, ਉਹ ਜਾਣਦਾ ਹੈ ਕਿ ਪਰਮਾਤਮਾ ਆਪ ਹੀ ਆਪਣੇ ਆਪ ਨੂੰ ਪੈਦਾ ਕਰਕੇ ਪ੍ਰਗਟ ਹੋਇਆ। ਫਿਰ ਫਰਮਾਨ ਹੈ, ਸਭਨਾ ਸਾਰ ਕਰੇ ਜਗ ਜੀਵਨ, ਜਿਨ ਆਪਣਾ ਆਪ ਪਛਾਤਾ ਹੈ। ਪਰਮਾਤਮਾ ਆਪ ਹੀ ਸਭ ਅੰਦਰ ਗੁਪਤ ਰੂਪ ਵਿੱਚ ਵਿਆਪਕ ਹੈ ਅਤੇ ਉਹ ਜਗਤ ਦਾ ਸਹਾਰਾ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਫਿਰ ਫਰਮਾਨ ਹੈ, ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਸਿਰ ਸਿਰ ਧੰਦੈ ਆਪੇ ਲਾਏ। हे ਭਾਈ, ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਇੱਕ ਪਰਮਾਤਮਾ ਨੂੰ ਹਰ ਥਾਂ ਵਸਦਾ ਜਾਣ ਲਿਆ, ਉਹ ਸਮਝਦਾ ਹੈ ਕਿ ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਪੈਦਾ ਕੀਤੇ, ਉਹ ਆਪ ਹੀ ਹਰੇਕ ਜੀਵ ਨੂੰ ਧੰਦੇ ਵਿੱਚ ਲਾਉਂਦਾ ਹੈ। ਜਿਸ ਭਾਵੈ ਤਿਸ ਆਪੇ ਮੇਲੇ, ਜਿਨ ਗੁਰਮੁਖ ਏਕੋ ਜਾਤਾ ਹੈ। ਤੇ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਅਕਾਲ ਪੁਰਖ ਪਰਮੇਸ਼ਰ ਨੂੰ, ਉਸ ਨੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ। ਫਿਰ ਅੱਗੇ ਫਰਮਾਨ ਹੈ, ਆਵਾ ਗੌਣ ਹੈ ਸੰਸਾਰਾ, ਮਾਇਆ ਮੋਹ ਬਹੁ ਚਿਤੈ ਬੇਕਾਰਾ। हे ਭਾਈ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ, ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਗਿਆ, ਉਹ ਜਾਣਦਾ ਹੈ ਕਿ ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ। ਇੱਥੇ ਮਾਇਆ ਦਾ ਮੋਹ ਪ੍ਰਬਲ ਹੈ। ਫਿਰ ਫਰਮਾਨ ਹੈ, ਥਿਰ ਸਾਚਾ ਸਾਲਾਹੀ ਸਦਹੀ, ਜਿਨ ਗੁਰ ਕਾ ਸ਼ਬਦ ਪਛਾਤਾ ਹੈ। ਤਾਂ ਫਿਰ ਸਮਝਾਉਣਾ ਕਰਦੇ ਹਨ, ਕਹਿੰਦੇ ਜਿਸ ਦੇ ਕਾਰਨ ਜੀਵ ਵਿਕਾਰ ਚਿੱਤ ਉੱਦਾ ਰਹਿੰਦਾ, ਇਹ ਮਾਇਆ ਦਾ ਮੋਹ ਇਸ ਜਗਤ ਵਿੱਚ ਪ੍ਰਬਲ ਹੈ, ਉਸੇ ਦੇ ਕਾਰਨ ਹੀ ਮਨੁੱਖ ਵਿਕਾਰ ਚਿੱਤ ਉੱਦਾ ਰਹਿੰਦਾ। ਇੱਥੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਦਾ ਸਲਾਉਣ ਯੋਗ ਹੈ, ਉਸ ਤੋਂ ਬਿਨਾਂ ਹੋਰ ਕੋਈ ਵੀ ਸਲਾਉਣ ਯੋਗ ਨਹੀਂ ਹੈ। ਫਿਰ ਫਰਮਾਨ ਹੈ, ਇੱਕ ਮੂਲ ਲੱਗੇ ਓਨੀ ਸੁਖ ਪਾਇਆ, ਡਾਲੀ ਲਾਗੇ ਤਿਨ ਜਨਮ ਗਵਾਇਆ।
ਇਹ ਭਾਈ ਕਈ ਐਸੇ ਹਨ ਜੋ ਜਗਤ ਦੇ ਰਚਨਹਾਰ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਕਈ ਇਹੋ ਜਿਹੇ ਵੀ ਹਨ ਜਿਹੜੇ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜੇ ਰਹਿੰਦੇ ਹਨ ਤੇ ਉਹ ਆਤਮਿਕ ਆਨੰਦ ਮਾਣਦੇ ਹਨ। ਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿੱਚ ਲੱਗੇ ਰਹਿੰਦੇ ਹੈ, ਉਹਨਾਂ ਆਪਣਾ ਜੀਵਨ ਗਵਾ ਲਿਆ। ਜਿਹੜੇ ਇਸ ਸੰਸਾਰ ਦੇ ਵਿੱਚ ਆ ਕੇ ਕੇਵਲ ਮਾਇਕ ਪਦਾਰਥਾਂ ਦੇ ਵਿੱਚ ਹੀ ਰੁੱਝੇ ਰਹਿੰਦੇ ਹੈ, ਉਸ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ, ਉਹ ਆਪਦੇ ਮਨੁੱਖਾ ਜਨਮ ਦੀ ਬਾਜੀ ਸਮਝ ਲਓ ਅਜਾਈ ਗਵਾ ਰਹੇ ਹੈ, ਹਾਰ ਰਹੇ ਹੈ ਮਨੁੱਖਾ ਜਨਮ ਦੀ ਬਾਜੀ। ਤਾਂ ਫਿਰ ਫਰਮਾਨ ਹੈ, ਅੰਮ੍ਰਿਤ ਫਲ ਤਿਨ ਜਨ ਕੋ ਲਾਗੇ, ਜੋ ਬੋਲੇ ਅੰਮ੍ਰਿਤ ਬਾਤਾ ਹੈ। ਆਤਮਿਕ ਜੀਵਨ ਦੇਣ ਵਾਲੇ ਫਲ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਆਤਮਿਕ ਜੀਵਨ ਦੇਣ ਵਾਲੇ ਸਿਫਤ ਸਲਾਹ ਦੇ ਬੋਲ ਬੋਲਦੇ ਹਨ, ਉਹਨਾਂ ਨੂੰ ਇਹੋ ਫਲ ਲੱਗਦੀ ਹੈ। ਫਿਰ ਫਰਮਾਨ ਹੈ, ਹਮ ਗੁਣ ਨਾਹੀ ਕਿਆ ਬੁਲ ਹੈ ਬੋਲ, ਤੂੰ ਸਭਨਾ ਦੇਖਹਿ ਤੁਲਹਿ ਤੋਲ। ਫਿਰ ਫਰਮਾਨ ਹੈ ਕਿ हे ਪ੍ਰਭੂ, ਅਸੀਂ ਜੀਵ ਗੁਣਹੀਣ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ ਹੈ, ਗੁਣਾਂ ਤੋਂ ਅਸੀਂ ਸੱਖਣੇ ਹਾਂ। ਆਪਣੇ ਮੰਦ ਕਰਮਾਂ ਦੇ ਕਾਰਨ ਅਸੀਂ ਬੋਲਣ ਜੋਗੇ ਨਹੀਂ ਹਾਂ। ਤੂੰ ਸਭ ਜੀਵਾਂ ਦੇ ਕਰਮਾਂ ਨੂੰ ਵੇਖਦਾ ਹੈ ਤੇ ਪਰਖਦਾ ਹੈ। ਫਿਰ ਫਰਮਾਨ ਹੈ, ਜੋ ਭਾਵੈ ਤਿਉ ਰਾਖਹਿ ਰਹਿਣਾ, ਗੁਰਮੁਖ ਏਕੋ ਜਾਤਾ ਹੈ। ਜਿਵੇਂ ਤੇਰੀ ਰਜਾ ਹੁੰਦੀ ਹੈ ਤੂੰ ਸਾਨੂੰ ਰੱਖਦਾ ਹੈ, ਜਿਵੇਂ ਤੇਰਾ ਹੁਕਮ ਹੈ ਉਸੇ ਮੁਤਾਬਕ ਤੂੰ ਸਾਨੂੰ ਰੱਖਦਾ ਹੈ, ਚਲਾਉਂਦਾ ਹੈ। ਅਸੀਂ ਉਸੇ ਤਰ੍ਹਾਂ ਰਹਿ ਸਕਦੇ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਤੇਰੇ ਨਾਲ ਹੀ ਸਾਂਝ ਪਾਉਂਦਾ ਹੈ। ਫਿਰ ਫਰਮਾਨ ਹੈ, ਜਾ ਤੁਧ ਭਾਣਾ ਤਾਂ ਸੱਚੀ ਕਾਰੈ ਲਾਇ, ਅਵਗਣ ਛੋੜ ਗੁਣ ਮਾਹੀ ਸਮਾਏ। ਹੇ ਪ੍ਰਭੂ, ਜਦੋਂ ਤੈਨੂੰ ਚੰਗਾ ਲੱਗੇ ਤਾਂ ਤੂੰ ਫਿਰ ਜੀਵਾਂ ਨੂੰ ਸੱਚੀ ਕਾਰ ਵਿੱਚ ਲਾਉਣਾ ਹੈ। ਜਿਨ੍ਹਾਂ ਨੂੰ ਇਸ ਪਾਸੇ ਲਾਉਂਦਾ ਹੈ ਉਹ ਔਗਣ ਛੱਡ ਕੇ ਤੇਰੇ ਗੁਣਾਂ ਵਿੱਚ ਲੀਨ ਰਹਿੰਦੇ ਹਨ। ਫਿਰ ਫਰਮਾਨ ਹੈ, ਗੁਣ ਮਹਿ ਏਕੋ ਨਿਰਮਲ ਸਾਚਾ, ਗੁਰ ਕੈ ਸ਼ਬਦ ਪਛਾਤਾ ਹੈ। ਇਹ ਭਾਈ, ਪ੍ਰਭੂ ਦੇ ਗੁਣਾਂ ਵਿੱਚ ਚਿੱਤ ਜੋੜਿਆਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਵਿੱਤਰ ਅਬਨਾਸੀ ਪ੍ਰਭੂ ਹੀ ਹਰ ਥਾਂ ਦਿਸਦਾ ਹੈ। ਫਿਰ ਫਰਮਾਨ ਹੈ, ਜਹ ਦੇਖਾ ਤੈ ਏਕੋ ਸੋਈ, ਦੂਜੀ ਦੁਰਮਤ ਸ਼ਬਦੇ ਖੋਈ। ਹੇ ਭਾਈ, ਜਿੱਧਰ ਮੈਂ ਦੇਖਦਾ ਹਾਂ ਉਧਰ ਸਿਰਫ ਉਹ ਅਕਾਲ ਪੁਰਖ ਪਰਮੇਸ਼ਰ ਹੀ ਦਿਸ ਰਿਹਾ ਹੈ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਦੇਖਣ ਲਈ ਖੋਟੀ ਮੱਤ ਗੁਰੂ ਦੇ ਸ਼ਬਦ ਦੀ ਰਾਹੀਂ ਨਾਸ ਹੋ ਜਾਂਦੀ ਹੈ। ਫਿਰ ਫਰਮਾਨ ਹੈ, ਏਕ ਸਮਹਿ ਪ੍ਰਭ ਏਕ ਸਮਾਣਾ,
ਆਪਣੇ ਰੰਗ ਸਦਰਾਤਾ ਹੈ। ਸ਼ਬਦ ਦੀ ਬਰਕਤ ਨਾਲ ਇਉਂ ਦਿਸ ਪੈਂਦਾ ਹੈ ਕਿ ਆਪਣੇ ਆਪ ਵਿੱਚ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ। ਉਹ ਸਦਾ ਆਪਣੀ ਮੌਜ ਵਿੱਚ ਮਸਤ ਰਹਿੰਦਾ ਹੈ। ਫਿਰ ਫਰਮਾਨ ਹੈ, ਕਾਇਆ ਕਮਲ ਹੈ ਕੁਮਲਾਣਾ, ਮਨਮੁਖ ਸ਼ਬਦ ਨਾ ਬੂਝੈ ਇਆਣ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦਾ। ਇਸ ਵਾਸਤੇ ਉਸ ਦੇ ਸਰੀਰ ਵਿੱਚ ਉਸ ਦਾ ਹਿਰਦਾ ਕੌਲ ਫੁੱਲ ਕੁਮਲਾਇਆ ਰਹਿੰਦਾ ਹੈ। ਭਾਵ ਉਹਦਾ ਹਿਰਦਾ ਕੁਮਲਾਇਆ ਰਹਿੰਦਾ ਹੈ, ਨਿਰਾਸ਼ਾ ਜੀ ਰਹਿੰਦੀ ਉਹਦੇ ਅੰਦਰ, ਜਿਹੜਾ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦਾ। ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਸਰੀਰ ਨੂੰ ਖੋਜਦਾ ਹੈ, ਗੁਰ ਪ੍ਰਸਾਦੀ ਕਾਇਆ ਖੋਜੇ, ਕਾਇਆ ਸਰੀਰ ਨੂੰ ਕਹਿੰਦੇ ਹੈ, ਪਾਏ ਜਗ ਜੀਵਨ ਦਾਤਾ ਹੀ। ਫਿਰ ਜਿਹੜਾ ਆਪਦੇ ਅੰਦਰ ਝਾਤੀ ਮਾਰਦਾ, ਆਪਦੇ ਸਰੀਰ ਨੂੰ ਖੋਜਦਾ, ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ, ਉਹ ਜਗਤ ਦੇ ਸਹਾਰੇ ਪਰਮਾਤਮਾ ਨੂੰ ਲੱਭ ਲੈਂਦਾ। ਫਿਰ ਫਰਮਾਨ ਹੈ, ਕੋਟ ਗਹੀ ਕੇ ਪਾਪ ਨਿਵਾਰੇ, ਸਦਾ ਹਰ ਜੀਉ ਰਾਖੈ ਉਰ ਧਾਰੇ। ਨਹੀਂ ਭਾਈ, ਜਿਹੜਾ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ, ਉਹ ਆਪਣੇ ਅੰਦਰੋਂ ਸਰੀਰ ਨੂੰ ਗ੍ਰਸਣ ਵਾਲੇ ਪਾਪ ਦੂਰ ਕਰ ਲੈਂਦਾ ਹੈ। ਜਿਹੜੇ ਪਾਪ ਸਰੀਰ ਨੂੰ ਗ੍ਰਸਦੇ ਹੈ, ਡੰਗਦੇ ਹੈ, ਉਹਨਾਂ ਪਾਪਾਂ ਨੂੰ ਫਿਰ ਉਹ ਦੂਰ ਕਰ ਲੈਂਦਾ ਹੈ। ਕੌਣ? ਜਿਹੜਾ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ। ਉਹ ਮਨੁੱਖ ਜਿਸ ਫਲ ਦੀ ਇੱਛਾ ਕਰਦਾ ਹੈ, ਫਿਰ ਫਰਮਾਨ ਹੈ, ਜੋ ਇੱਛੇ ਸੋਈ ਫਲ ਪਾਏ, ਜਿਉ ਰੰਗ ਮਜੀਠਾ ਰਾਤਾ ਹੈ। ਫਿਰ ਜੋ ਵੀ ਮਨ ਦੀ ਭਾਵਨਾ ਹੁੰਦੀ ਹੈ, ਮਨ ਦੀ ਇੱਛਾ ਹੁੰਦੀ ਹੈ, ਤਾਂ ਕਹਿੰਦੇ ਉਹ ਫਲ ਹਾਸਲ ਕਰ ਲੈਂਦਾ ਹੈ। ਉਹ ਫਲ ਉਹਨੂੰ ਮਿਲਦਾ ਹੀ ਮਿਲਦਾ ਹੈ। ਉਹਦੀ ਮਨ ਦੀ ਭਾਵਨਾ ਉਹ ਪੂਰੀ ਹੁੰਦੀ ਹੀ ਹੁੰਦੀ ਹੈ, ਜਿਹੜਾ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ। ਅਤੇ ਉਸ ਦਾ ਮਨ ਨਾਮ ਰੰਗ ਨਾਲ ਇਉਂ ਰੰਗਿਆ ਰਹਿੰਦਾ ਹੈ ਜਿਵੇਂ ਮਜੀਠ ਦਾ ਪੱਕਾ ਰੰਗ ਹੁੰਦਾ ਹੈ, ਮਜੀਠਾ ਰੰਗ ਪੱਕਾ ਹੁੰਦਾ ਜਿਵੇਂ। ਫਿਰ ਅੱਗੇ ਫਰਮਾਨ ਹੈ, ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਆਵੈ ਠੌਰ ਨਾ ਕੋਈ। ਹੇ ਭਾਈ, ਮਨ ਦਾ ਮੁਰੀਦ ਮਨੁੱਖ ਗਿਆਨ ਦੀਆਂ ਗੱਲਾਂ ਤਾਂ ਬਹੁਤ ਕਰਦਾ ਹੈ, ਪਰ ਉਸ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਨਹੀਂ ਹੈ। ਉਹ ਮੁੜ ਮੁੜ ਜਨਮਾਂ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ, ਕਿਤੇ ਉਸ ਨੂੰ ਟਿਕਾਣਾ ਨਹੀਂ ਮਿਲਦਾ। ਫਿਰ ਫਰਮਾਨ ਹੈ, ਗੁਰਮੁਖ ਗਿਆਨ ਸਦਾ ਸਾਲਾਹੀ, ਜੁਗ ਜੁਗ ਏਕੋ ਜਾਤਾ ਹੈ। ਦੂਜੇ ਪਾਸੇ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ, ਗੁਰੂ ਦੀ ਮੱਤ 'ਤੇ ਤੁਰਨ ਵਾਲਾ ਮਨੁੱਖ, ਗੁਰੂ ਪਾਸੋਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰਕੇ ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਉਸ ਨੂੰ ਹਰੇਕ ਯੁੱਗ ਵਿੱਚ ਇੱਕੋ ਪਰਮਾਤਮਾ ਹੀ ਵਸਦਾ ਨਜ਼ਰ ਆਉਂਦਾ ਹੈ। ਫਿਰ ਫਰਮਾਨ ਹੈ, ਮਨਮੁਖ ਕਾਰ ਕਰੇ ਸਭ ਦੁੱਖ ਸਬਾਏ, ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ। ਹੇ ਭਾਈ,
ਮਨ ਦਾ ਮੁਰੀਦ ਮਨੁੱਖ ਉਹੀ ਕਾਰ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਨ। ਜਿਹੜਾ ਆਪਦੇ ਮਨ ਦੇ ਪਿੱਛੇ ਤੁਰਦਾ ਹੈ, ਮਨ ਦੇ ਪਿੱਛੇ ਤੁਰਨ ਵਾਲਾ ਮਨ ਦਾ ਮੁਰੀਦ, ਕਹਿੰਦੇ ਉਹੀ ਕੰਮ ਕਾਜ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਨ। ਉਸ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵਸਦਾ, ਉਹ ਪਰਮਾਤਮਾ ਦੇ ਦਰ ਤੇ ਨਹੀਂ ਪਹੁੰਚ ਸਕਦਾ। ਫਿਰ ਫਰਮਾਨ ਹੈ, ਗੁਰਮੁਖ ਸ਼ਬਦ ਵਸੈ ਮਨ ਸਾਚਾ, ਸਾਧ ਸੇਵੇ ਸੁਖਦਾਤਾ ਹੀ। ਫਿਰ ਦੂਸਰੇ ਪਾਸੇ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਨ, ਉਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ, ਸਦਾ ਸਿਰ ਪ੍ਰਭੂ ਵਸਦਾ ਹੈ। ਉਹ ਸਦਾ ਸੁੱਖਾਂ ਦੇ ਦਾਤੇ ਪ੍ਰਭੂ ਦੀ ਸੇਵਾ ਤੇ ਭਗਤੀ ਕਰਦਾ ਹੈ। ਫਿਰ ਫਰਮਾਨ ਹੈ, ਜਹ ਦੇਖਾ ਤੂੰ ਸਭਨੀ ਥਾਈ, ਪੂਰੇ ਗੁਰ ਸਭ ਸੋਝੀ ਪਾਈ। ਹੇ ਪ੍ਰਭੂ, ਮੈਂ ਜਿੱਧਰ ਵੇਖਦਾ ਹਾਂ ਤੂੰ ਸਭ ਥਾਵਾਂ ਵਿੱਚ ਵਸਦਾ ਮੈਨੂੰ ਦਿਸਦਾ ਹੈ। ਮੈਨੂੰ ਇਹ ਸਾਰੀ ਸੂਝ, ਇਹ ਸਮਝ ਪੂਰੇ ਗੁਰੂ ਤੋਂ ਮਿਲੀ ਹੈ। ਜਿਹੜੀ ਇਹ ਸਮਝ ਹੈ, ਸੋਝੀ ਹੈ ਵੀ ਹਰ ਪਾਸੇ ਤੂੰ ਹੀ ਦਿਸਦਾ ਹੈ, ਇਹ ਸੋਝੀ ਮੈਨੂੰ ਕਿੱਥੋਂ ਮਿਲੀ? ਇਹ ਕਹਿੰਦੇ ਮੈਨੂੰ ਪੂਰੇ ਗੁਰੂ ਤੋਂ, ਸ਼ਬਦ ਗੁਰੂ ਤੋਂ ਮਿਲੀ। ਇਸ ਕਰਕੇ ਕਹਿੰਦੇ ਹੈ ਭਾਈ, ਸਦਾ ਹੀ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਨਾਮੋ ਨਾਮ ਧਿਆਈਐ ਸਦਾ ਸਦ, ਇਹੋ ਮਨ ਨਾਮੇ ਰਾਤਾ ਹੈ। ਕਹਿੰਦੇ ਸਦਾ ਹੀ ਉਸ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰੋ, ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਜਿਹੜਾ ਮਨੁੱਖ ਸਿਮਰਦਾ ਹੈ ਉਸ ਦਾ ਇਹ ਮਨ ਨਾਮ ਵਿੱਚ ਰੰਗਿਆ ਜਾਂਦਾ ਹੈ। ਫਿਰ ਫਰਮਾਨ ਹੈ, ਨਾਮੇ ਰਾਤਾ ਪਵਿੱਤ ਸਰੀਰਾ, ਬਿਨ ਨਾਵੈ ਡੂਬ ਮੋਏ ਬਿਨ ਨੀਰਾ। ਨੀਰਾ ਕਹਿੰਦੇ ਹਨ ਨੀਰ ਪਾਣੀ ਨੂੰ। ਕਹਿੰਦੇ ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ, ਉਸ ਦਾ ਸਰੀਰ ਵਿਕਾਰਾਂ ਦੀ ਮੈਲ ਤੋਂ ਪਵਿੱਤਰ ਰਹਿੰਦਾ ਹੈ। ਉਹਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਪਰ ਜਿਹੜੇ ਮਨੁੱਖ ਨਾਮ ਤੋਂ ਸੁੰਨੇ ਰਹਿੰਦੇ ਹੈ, ਸਖਣੇ ਰਹਿੰਦੇ ਹੈ, ਨਾਮ ਨਹੀਂ ਸਿਮਰਦੇ, ਉਹ ਵਿਕਾਰਾਂ ਵਿੱਚ ਡੁੱਬ ਕੇ ਆਤਮਕ ਮੌਤੇ ਮਰੇ ਰਹਿੰਦੇ ਹੈ। ਉਹ ਆਤਮਕ ਮੌਤੇ ਮਰੇ ਰਹਿੰਦੇ ਵਿਕਾਰਾਂ ਦੇ ਵਿੱਚ ਡੁੱਬ ਕੇ। ਉਹ ਵਿਕਾਰਾਂ ਦਾ ਰੱਤਾ ਭਰਮੀ ਟਾਕਰਾ ਨਹੀਂ ਕਰ ਸਕਦੇ। ਰੱਤਾ ਭਰਮੀ ਆਵਹਿ ਜਾਵਹਿ ਨਾਮ ਨਹੀਂ ਬੁਝਹਿ, ਇਕ ਨਾ ਗੁਰਮੁਖ ਸ਼ਬਦ ਪਛਾਤਾ ਹੀ। ਕਹਿੰਦੇ ਜਿਹੜੇ ਮਨੁੱਖ ਹਰ ਨਾਮ ਦੀ ਕਦਰ ਨਹੀਂ ਸਮਝਦੇ, ਉਹ ਜਗਤ ਵਿੱਚ ਆਉਂਦੇ ਹਨ ਤੇ ਖਾਲੀ ਹੀ ਚਲੇ ਜਾਂਦੇ ਹਨ। ਪਰ ਕਈ ਐਸੇ ਹਨ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਗੁਰ ਸ਼ਬਦ ਨਾਲ ਸਾਂਝ ਪਾਉਂਦੇ ਆ, ਗੁਰੂ ਦੇ ਸ਼ਬਦ ਨਾਲ ਸਾਂਝ ਪਾਉਂਦੇ ਹਨ। ਕਈ ਐਸੇ ਵੀ ਹਨ। ਫਿਰ ਫਰਮਾਨ ਹੈ, ਪੂਰਾ ਸਤਿਗੁਰ ਬੂਝ ਬੁਝਾਈ, ਬਿਨ ਨਾਵੈ ਮੁਕਤ ਕਿਨੈ ਨ ਪਾਈ। ਕਹਿੰਦੇ ਹੇ ਭਾਈ, ਪੂਰੇ ਗੁਰੂ ਨੇ ਸਾਨੂੰ ਇਹ ਸਮਝ ਬਖਸ਼ੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਵੀ ਮਨੁੱਖ ਨੇ ਵਿਕਾਰਾਂ ਤੋਂ ਖਲਾਸੀ ਹਾਸਲ ਨਹੀਂ ਕੀਤੀ। ਜਿਹੜਾ ਮਨੁੱਖ ਹਰ ਵੇਲੇ ਨਾਮ ਵਿੱਚ ਲੀਨ ਰਹਿੰਦਾ ਹੈ,
फिर फरमान है, नामे नाम मिलै वडियाई, सहज रहै रंग राता ही। फिर ਜਿਹੜਾ ਕਹਿੰਦੇ ਨਾਮ ਦੇ ਵਿੱਚ ਲੀਨ ਰਹਿੰਦਾ ਸਦਾ ਹਰ ਵੇਲੇ, ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਮਿਲਦੀ ਹੈ। ਉਹ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ, ਉਹ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਫਿਰ ਫਰਮਾਨ ਹੈ, ਕਾਇਆ ਨਗਰ ਢਹਿ ਢੇਰੀ, ਕਾਇਆ ਨਗਰ ਢਹਿ ਢੇਰੀ, ਬਿਨ ਸ਼ਬਦੈ ਚੂਕੈ ਨਹੀਂ ਫੇਰੀ। ਕਹਿੰਦੇ ਹੈ ਭਾਈ, ਇਹ ਸਰੀਰ ਨਗਰ, ਸਰੀਰ ਰੂਪੀ ਨਗਰ ਆਖਰ ਢਹਿ ਪੈਂਦਾ ਹੈ। ਇੱਕ ਦਿਨ ਢਹਿ ਜਾਣਾ ਇਹਨੇ, ਤੇ ਢਹਿ ਕੇ ਢੇਰੀ ਹੋ ਜਾਂਦਾ ਹੈ। ਪਰ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਣ ਤੋਂ ਬਿਨਾਂ ਜੀਵ ਆਤਮਾ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ। ਜਿੰਨਾ ਚਿਰ ਸ਼ਬਦ ਨੂੰ ਮਨ 'ਚ ਨਹੀਂ ਵਸਾਇਆ, ਅਮਲ ਨਹੀਂ ਕੀਤਾ, ਉਨਾ ਚਿਰ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ। ਜੂਨਾਂ ਦਾ ਚੱਕਰ ਹੈ ਜਿਹੜਾ, ਉਹ ਨਹੀਂ ਮੁੱਕ ਸਕਦਾ। ਉਹ ਸ਼ਬਦ ਨੂੰ ਚਿੱਤ ਦੇ ਵਿੱਚ ਵਸਾਇਆ ਹੀ ਖਤਮ ਹੋਣਾ ਹੈ, ਫਿਰ ਹੀ 84 ਕੱਟੀ ਜਾਣੀ ਹੈ, ਨਹੀਂ ਤਾਂ ਨਹੀਂ ਕੱਟੀ ਜਾਣੀ। ਫਿਰ ਫਰਮਾਨ ਹੈ, ਸਾਚ ਸਲਾਹੀ ਸਾਚ ਸਮਾਵੈ, ਜਿਨ ਗੁਰਮੁਖ ਏਕੋ ਜਾਤਾ ਹੀ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇੱਕ ਪਰਮਾਤਮਾ ਨਾਲ ਸਾਂਝ ਪਾਉਂਦਾ ਹੈ, ਉਹ ਸਦਾ ਥਿਰ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਉਹ ਸਦਾ ਥਿਰ ਉਸ ਅਕਾਲ ਪੁਰਖ ਪਰਮੇਸ਼ਰ ਦੀ ਯਾਦ ਦੇ ਵਿੱਚ ਲੀਨ ਰਹਿੰਦਾ ਹੈ। ਫਿਰ ਫਰਮਾਨ ਹੈ, ਜਿਸਨੂੰ ਨਦਰ ਕਰੇ ਸੋ ਪਾਏ, ਸਾਚਾ ਸ਼ਬਦ ਵਸੈ ਮਨ ਆਏ। ਕਹਿੰਦੇ ਹੈ ਭਾਈ, ਉਹੀ ਮਨੁੱਖ ਸਿਫਤ ਸਲਾਹ ਦੀ ਦਾਤ ਹਾਸਲ ਕਰਦਾ ਹੈ ਜਿਸ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਦ੍ਰਿਸ਼ਟੀ ਕਰਦਾ ਹੈ। ਉਹੀ ਇਹ ਸਿਫਤ ਸਲਾਹ ਦੀ ਦਾਤ ਹਾਸਲ ਕਰਦਾ ਹੈ। ਸਦਾ ਥਿਰ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਉਸ ਦੇ ਮਨ ਵਿੱਚ ਫਿਰ ਆ ਵਸਦਾ ਹੈ। ਫਿਰ ਫਰਮਾਨ ਹੈ, ਨਾ